ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, GGD SD ਕਾਲਜ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਸੈਦਾ ਤੇ ਸਬਜ਼ਾ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਕਵਿਤਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ BSc ਐਗਰੀਕਲਚਰ ਸਮੈਸਟਰ ਪਹਿਲੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਮੈਂ ਪ੍ਰੋਫੈਸਰ ਮੋਹਨ ਸਿੰਘ ਬਾਰੇ ਸੰਖੇਪ ਵਿੱਚ ਗੱਲ ਕਰਾਂਗੀ। ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਲੋਕਪ੍ਰਿਯ ਸ਼ਾਇਰ ਵਜੋਂ ਲਿਆ ਜਾਂਦਾ ਹੈ। ਉਹਨਾਂ ਦਾ ਨਾਮ ਭਾਵ ਇੱਕ ਲੋਕਪ੍ਰਿਯ ਸ਼ਾਇਰ ਵਜੋਂ ਲਿਆ ਜਾਂਦਾ ਹੈ। ਉਹ ਇੱਕ ਅਜਿਹਾ ਵਿਲੱਖਣ ਸੁਰ ਵਾਲਾ ਸ਼ਾਇਰ ਸੀ ਜਿਸ ਨੇ ਆਪਣੀ ਕਵਿਤਾ ਵਿੱਚ ਰੋਮਾਂਸਵਾਦ, ਪ੍ਰਗਤੀਵਾਦ ਤੇ ਆਧੁਨਿਕ ਸੰਵੇਦਨਾ ਦੇ ਵਿਭਿੰਨ ਪਸਾਰਾਂ ਨੂੰ ਪ੍ਰਗਟ ਕੀਤਾ। ਪ੍ਰੋਫੈਸਰ ਮੋਹਨ ਸਿੰਘ ਆਪਣੇ ਕਾਵਿ ਸੰਗ੍ਰਹਿ ਸਾਵੇ ਪੱਤਰ ਦੇ ਪ੍ਰਕਾਸ਼ਨ ਨਾਲ ਹਰਮਨ ਪਿਆਰੇ ਕਵੀ ਦੇ ਤੌਰ 'ਤੇ ਉਜਾਗਰ ਹੋਇਆ ਸੀ। ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਪਾਠਕਾਂ ਅਤੇ ਸਰੋਤਿਆਂ ਦੀ ਰਮਜ ਨੂੰ ਜਾਣਦਾ ਸੀ। ਇਸ ਕਰਕੇ ਉਸ ਨੇ ਪਰੰਪਰਾਗਤ ਕਾਵਿ ਰੂਪਾਂ ਅਤੇ ਕਾਵਿ ਵਿਸ਼ਿਆਂ ਦੀ ਪੁਨਰ ਸਿਰਜਣਾ ਕੀਤੀ। ਉਸ ਦੀ ਵਿਸ਼ੇਸ਼ਤਾ ਇਸ ਵਿੱਚ ਹੈ ਕਿ ਉਸ ਨੇ ਇਹਨਾਂ ਵਿਸ਼ਿਆਂ ਦਾ ਨਿਭਾਓ ਆਧੁਨਿਕ ਸੰਵੇਦਨਾ, ਆਧੁਨਿਕ ਅਤੇ ਦ੍ਰਿਸ਼ਟੀ ਮੁਤਾਬਿਕ ਕੀਤਾ। ਪਰੰਪਰਾਕ ਅਤੇ ਆਧੁਨਿਕ ਦ੍ਰਿਸ਼ਟੀ ਦੇ ਤਣਾਅ ਵਿੱਚੋਂ ਵੀ ਉਸ ਦੀਆਂ ਕਵਿਤਾਵਾਂ ਜਨਮ ਲੈਂਦੀਆਂ ਹਨ। ਖਾਨਗਾਹੀ ਦੀਵਾ ਬਾਲ ਦੀਏ ਇਸ ਪ੍ਰਸੰਗ ਵਿੱਚ ਉਸ ਦੀ ਢੁਕਵੀਂ ਅਤੇ ਉੱਤਮ ਕਵਿਤਾ ਹੈ। ਕਵਿਤਾ ਇਸ ਤਰ੍ਹਾਂ ਹੈ। ਮੱਲ ਬਨੇਰਾ ਸਬਜ਼ਾ ਬੈਠੀ, ਰਾਹ ਸੈਦੇ ਦਾ ਵੇਖੇ, ਕੰਨ ਘੋੜੇ ਦੀਆਂ ਟਾਪਾਂ ਵੱਲੇ ਦਿਲ ਵਿੱਚ ਕਰਦੀ ਲੇਖੇ, ਸ਼ਮਸ਼ਮ ਕਰਦੀ ਬੱਕੀ ਆਈ ਮਹਿੰਦੀ ਨਾਲ ਸ਼ਿੰਗਾਰੀ, ਸਿਰ ਸੈਦੇ ਦੇ 5 ਰੰਗ ਚੀਰਾ, ਪੈਰ ਜੁੱਤੀ ਪੁੱਠੋ ਹਾਰੀ, ਬੂਹੇ ਦੇ ਵਿੱਚ ਸਬਜ਼ਾ ਖੱਲੀ ਪਾ ਖੱਦਰ ਦਾ ਚੋਲਾ, ਪੈਰਾਂ ਦੇ ਵਿੱਚ ਠਿੱਬੀ ਜੁੱਤੀ, ਸਿਰ 'ਤੇ ਫਟਾ ਪਰੋਲਾ, ਸ਼ਮਸ਼ਮ ਕਰਦੀ ਬੱਕੀ ਆਈ, ਲੰਘ ਗਈ ਪਹਿਲਾਂ ਪਾਂਦੀ, ਤੱਕ ਸੈਦੇ ਦੀਆਂ ਬੇਪਰਵਾਹੀਆਂ, ਸਬਜ਼ਾ ਪੈ ਗਈ ਮਨ ਦੀ। ਇਸ ਕਵਿਤਾ ਵਿੱਚ ਸੈਦਾ ਤੇ ਸਬਜ਼ਾ ਦੀ ਪ੍ਰੀਤ ਕਹਾਣੀ ਬਿਆਨੀ ਗਈ ਹੈ। ਸੈਦਾ ਅਮੀਰ ਧਿਰ ਨਾਲ ਸੰਬੰਧਿਤ ਹੈ ਤੇ ਸਬਜ਼ਾ ਗਰੀਬ ਧਿਰ ਦੀ ਪ੍ਰਤੀਨਿਧਤਾ ਕਰਦੀ ਹੈ। ਪਰ ਚਮਤਕਾਰੀ ਢੰਗ ਨਾਲ ਦੋਹਾਂ ਦਾ ਪਿਆਰ ਪੈ ਜਾਂਦਾ ਹੈ। ਹੁਣ ਇਸ ਰਸਤੇ ਵਿੱਚ ਉਹਨਾਂ ਦਾ ਸਮਾਜਿਕ ਪਿਛੋਕੜ 0 ਹੋ ਜਾਂਦਾ ਹੈ। ਵਿਚਾਰਧੀਨ ਕਾਵਿ ਟੋਟੇ ਵਿੱਚ ਭਾਵ ਇਸ ਕਾਵਿ ਟੋਟੇ ਵਿੱਚ ਸਬਜ਼ਾ ਦੀ ਸੈਦੇ ਪ੍ਰਤੀ ਪਿਆਰ ਖਿੱਚ ਤੇ ਸੈਦੇ ਦੀ ਬੇਪਰਵਾਹੀ ਦਰਸਾਈ ਗਈ ਹੈ। ਕਵੀ ਲਿਖਦਾ ਹੈ ਕਿ ਸਬਜ਼ਾ ਸੈਦੇ ਦੀ ਉਡੀਕ ਵਿੱਚ ਮਕਾਨ ਦੀ ਛੱਤ ਉੱਤੇ ਬੈਠ ਜਾਂਦੀ ਹੈ। ਉਸਦੇ ਕੰਨ ਸੈਦੇ ਦੇ ਘੋੜੇ ਦੇ ਪੈਰਾਂ ਦੀ ਆਵਾਜ਼ ਸੁਣਨ ਵਾਲੇ ਵੱਲ ਪਾਸੇ ਲੱਗ ਜਾਂਦੇ ਹਨ ਤੇ ਦਿਲ ਵਿੱਚ ਉਹ ਆਪਣੇ ਪਿਆਰ ਪ੍ਰਤੀ ਹਿਸਾਬ ਕਿਤਾਬ ਕਰ ਰਹੀ ਸੀ। ਫਿਰ ਮਸਤਾਨੀ ਚਾਲ ਵਿੱਚ ਸੈਦੇ ਦੀ ਬੱਕੀ ਮਹਿੰਦੀ ਨਾਲ ਸ਼ਿੰਗਾਰੀ ਆਉਂਦੀ ਹੈ। ਸੈਦੇ ਨੇ ਸਿਰ ਉੱਤੇ 5 ਰੰਗ ਦਾ ਚੀਰਾ ਬੰਨ੍ਹਿਆ ਹੋਇਆ ਸੀ ਤੇ ਪੈਰਾਂ ਵਿੱਚ ਪੁੱਠੋ ਹਾਰੀ ਜੁੱਤੀ ਪਹਿਨੀ ਹੋਈ ਸੀ। ਸਬਜ਼ਾ ਬੂਹੇ ਦੇ ਵਿੱਚ ਖੱਦਰ ਦੇ ਕੱਪੜੇ, ਪੈਰਾਂ ਵਿੱਚ ਫਟੀ ਜੁੱਤੀ ਤੇ ਸਿਰ ਉੱਤੇ ਫਟਿਆ ਘਸਿਆ ਦੁਪੱਟਾ ਲੈ ਕੇ ਖੜੀ ਸੀ। ਉਸ ਦੇ ਸਾਹਮਣੇ ਸੈਦੇ ਦੀ ਬੱਕੀ ਸ਼ਮ-ਸ਼ਮ ਕਰਦੀ ਆਉਂਦੀ ਹੈ ਤੇ ਪਹਿਲਾਂ ਪਾਂਦੀ ਲੰਘ ਜਾਂਦੀ ਹੈ। ਸੈਦੇ ਦੀ ਆਪਣੇ ਵੱਲੋਂ ਬੇਪਰਵਾਹੀ ਵੇਖ ਕੇ ਸਬਜ਼ਾ ਸੋਚੀ ਪੈ ਜਾਂਦੀ ਹੈ। ਅੱਗੇ ਹੈ। ਵਿੱਚ ਗਲੀ ਦੇ ਸਬਜ਼ਾ ਖੱਲੀ ਭਰ ਖੱਬਲ ਦੀ ਝੋਲੀ, ਸ਼ਮ-ਸ਼ਮ ਕਰਦੀ ਬੱਕੀ ਆਈ ਖੜ ਗਈ ਹੌਲੀ ਹੌਲੀ, ਤੱਕ ਸਬਜ਼ਾ ਦੀ ਅਹਿਲ ਜਵਾਨੀ, ਚੰਨਣ ਵੰਨਾ ਮੱਥਾ,
ਦਿਲ ਸੈਦੇ ਦਾ ਗਿਆ ਮਰੁੰਡਿਆ, ਝੱਬ ਝੋਲੀ ਤੋਂ ਲੱਥਾ। ਸੈਦੇ ਵੱਲੋਂ ਵਿਖਾਈ ਬੇਪਰਵਾਹੀ ਦੇ ਕਾਰਨ ਸਬਜ਼ਾ ਨਿਰਾਸ਼ ਨਹੀਂ ਹੁੰਦੀ, ਸਗੋਂ ਗਲੀ ਵਿੱਚ ਘਾਹ ਦੀ ਝੋਲੀ ਭਰ ਕੇ ਖੜੀ ਹੋ ਜਾਂਦੀ ਹੈ। ਇਸ ਦੌਰਾਨ ਸੈਦੇ ਦੀ ਘੋੜੀ ਛਮ-ਛਮ ਕਰਦੀ ਆਉਂਦੀ ਹੈ ਤੇ ਹੌਲੀ-ਹੌਲੀ ਸਬਜ਼ਾ ਕੋਲ ਪਹੁੰਚਦੀ ਖੜੀ ਹੋ ਜਾਂਦੀ ਹੈ। ਸੈਦਾ ਸਬਜ਼ਾ ਨੂੰ ਭਰ ਜੋਬਨ ਮਟਿਆਰ ਦੇ ਰੂਪ ਵਿੱਚ ਵੇਖਦਾ ਹੈ, ਜਿਸ ਦਾ ਮੱਥਾ ਚੰਨ ਵਾਂਗ ਚਮਕ ਰਿਹਾ ਸੀ। ਇਹ ਦ੍ਰਿਸ਼ ਵੇਖ ਕੇ ਸੈਦੇ ਦਾ ਦਿਲ ਉਸ ਦੇ ਕਾਬੂ ਵਿੱਚ ਨਾ ਰਿਹਾ ਤੇ ਉਹ ਕਾਹਲੀ ਨਾਲ ਘੋੜੀ ਤੋਂ ਉਤਰ ਕੇ ਹੇਠਾਂ ਆ ਗਿਆ। ਅੱਗੇ ਸਬਜ਼ਾ, ਪਿੱਛੇ ਸੈਦਾ ਢਾਰੇ ਦੇ ਵਿੱਚ ਆਏ। ਸ਼ਹਿਰ ਸਰਨੇ ਦਾ ਉੱਚਾ ਸ਼ਮਲਾ ਛੱਤ ਘਰੂਦਾ ਜਾਏ। ਨੁੱਕਰ ਵਿੱਚ ਕੁਝ ਭਾਂਡੇ ਆਹੇ, ਇੱਕ ਦੂਜੇ ਦੇ ਖੱਲੇ। ਇੱਕ ਇੱਕ ਕਰਕੇ ਸਾਰੇ ਭਾਂਡੇ ਸਬਜ਼ਾ ਲਾਹੇ ਥੱਲੇ। ਥੱਲਵੇ ਭਾਂਡੇ ਦੇ ਵਿੱਚ ਉਸਨੇ ਸੀ ਕੋਈ ਚੀਜ਼ ਲੁਕਾਈ। ਡਰਦੀ ਡਰਦੀ ਪਾ ਝੋਲੀ ਵਿੱਚ ਸੈਦੇ ਕੋਲ ਲਿਆਈ। ਕੰਬਦਾ ਕੰਬਦਾ ਹੱਥ ਉਸਨੇ ਝੋਲੀ ਵੱਲ ਵਧਾਇਆ। ਤੱਕ ਅੰਡਿਆਂ ਦੀ ਜੋੜੀ ਸੈਦੇ ਗਲ ਸਬਜ਼ਾ ਨੂੰ ਲਾਇਆ। ਸੈਦਾ ਸਬਜ਼ਾ ਦੀ ਜਵਾਨੀ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਫਿਰ ਉਹ ਦੋਵੇਂ ਗਲੀ ਵਿੱਚੋਂ ਢਾਰੇ ਵਿੱਚ ਇਕੱਠੇ ਪਹੁੰਚ ਜਾਂਦੇ ਹਨ। ਅੱਗੇ ਸਬਜ਼ਾ ਤੇ ਪਿੱਛੇ ਸੈਦਾ ਸੀ। ਨੌਜਵਾਨ ਸੈਦੇ ਦੀ ਪੱਗ ਦਾ ਤੁਰਲਾ ਹੁੰਦਾ ਜੋ ਪੱਗ ਦਾ ਉੱਪਰਲਾ ਲੜ ਉੱਪਰ ਨੂੰ ਖੜਾ ਕਰਦੇ ਨੇ, ਤੁਰਲਾ ਢਾਰੇ ਦੀ ਛੱਤ ਨਾਲ ਘਸਰਦਾ ਜਾਂਦਾ ਸੀ। ਇੱਕ ਨੁੱਕਰ ਵਿੱਚ ਭਾਂਡੇ ਇੱਕ ਦੂਜੇ ਦੇ ਥੱਲੇ ਲੱਗੇ ਹੋਏ ਸਨ। ਸਬਜ਼ਾ ਨੇ ਇਹ ਸਾਰੇ ਭਾਂਡੇ ਵਾਰੀ-ਵਾਰੀ ਉਤਾਰ ਲਏ ਤਾਂ ਉਸਨੇ ਹੇਠਲੇ ਭਾਂਡੇ ਵਿੱਚ ਲੁਕਾਈ ਚੀਜ਼ ਨੂੰ ਝੋਲੀ ਵਿੱਚ ਪਾ ਲਿਆ ਤੇ ਸੈਦੇ ਕੋਲ ਆ ਗਈ। ਹੁਣ ਉਸਨੇ ਆਪਣਾ ਕੰਬਦਾ ਕੰਬਦਾ ਹੱਥ ਝੋਲੀ ਵਿੱਚ ਪਾਇਆ। ਜਦੋਂ ਸੈਦੇ ਨੇ ਸਬਜ਼ਾ ਦੀ ਝੋਲੀ ਵਿੱਚ ਆਂਡਿਆਂ ਦੀ ਜੋੜੀ ਵੇਖੀ ਤਾਂ ਉਸਨੇ ਸਬਜ਼ਾ ਨੂੰ ਗਲ ਨਾਲ ਲਾ ਲਿਆ। ਧੰਨਵਾਦ।